Hello everyone, my name is Inderjit Singh Soul and here I am with one more useful video and this video is about writing task 1. ਆਈ ਥਿੰਕ ਬਹੁਤ ਸਾਰੇ ਸਟੂਡੈਂਟਸ ਨੇ ਜਿਨ੍ਹਾਂ ਨੂੰ ਓਵਰਆਲ ਜਿਹੜਾ ਆਪਾਂ ਲਿਖਦੇ ਹਾਂ ਰਾਈਟਿੰਗ ਟਾਸਕ 1 ਦੇ ਵਿੱਚ ਉਹਦੇ 'ਚ ਬਹੁਤ ਪ੍ਰੋਬਲਮਸ ਆਉਂਦੀਆਂ ਨੇ ਐਂਡ ਦਿਸ ਇਜ਼ ਵੈਰੀ ਕਰੂਸ਼ੀਅਲ ਜਦੋਂ ਆਪਾਂ ਰਾਈਟਿੰਗ ਟਾਸਕ 1 ਦੀ ਗੱਲ ਕਰਦੇ ਹਾਂ ਐਂਡ ਮੈਂ ਉਮੀਦ ਕਰਦਾ ਕਿ ਇਹ ਵੀਡੀਓ ਵੇਖਣ ਤੋਂ ਬਾਅਦ ਤੁਹਾਨੂੰ ਕਿਸੇ ਨੂੰ ਵੀ ਓਵਰਆਲ ਲਿਖਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਏਗੀ ਕਿਉਂਕਿ ਇਟ ਇਜ਼ ਰਾਈਟਲੀ ਸੈਡ ਕਿ ਓਵਰਆਲ ਨੂੰ ਲਿਖਣ ਲੱਗਿਆਂ ਯੂ ਜਸਟ ਨੀਡ ਓਨਲੀ ਵਨ ਵਰਡ ਆਫਟਰ ਥੋਰੋ ਐਨਾਲਾਈਜੇਸ਼ਨ ਮੈਂ ਇਹ ਵਰਡ ਜਿਹੜਾ ਹੈ ਤੁਹਾਡੇ ਸਾਹਮਣੇ ਹੁਣ ਲੈ ਕੇ ਆਊਂਗਾ। ਹੁਣ ਇਹ ਵਰਡ ਨੂੰ ਆਪਾਂ ਓਵਰਆਲ ਕਿਉਂਕਿ ਕਈ ਜਿਹੜੇ ਸਟੂਡੈਂਟਸ ਨੇ ਉਹ ਓਵਰਆਲ ਜਿਹੜੇ ਨਾ ਰਾਈਟਿੰਗ ਟਾਸਕ 1 ਜਿਹੜਾ ਹੈ ਉਹਦਾ ਸੈਕਿੰਡ ਪੈਰਾਗ੍ਰਾਫ ਬਣਾਉਂਦੇ ਨੇ, ਠੀਕ ਹੈ। ਕਈ ਜਿਹੜੇ ਸਟੂਡੈਂਟਸ ਨੇ ਇਹ ਰਾਈਟਿੰਗ ਟਾਸਕ ਦਾ ਇੱਕਦਮ ਲਾਸਟ ਵਾਲਾ ਜਿਹੜਾ 1 ਦਾ ਪੈਰਾਗ੍ਰਾਫ ਆ ਉਹਨੂੰ ਲਿਖਦੇ ਨੇ ਕਨਕਲੂਜ਼ਨ ਦੇ ਤੌਰ 'ਤੇ। ਸੋ ਇਨ ਬੋਥ ਵੇ ਇਹ ਜਿਹੜਾ ਵਰਡ ਆ ਤੁਸੀਂ ਯੂਜ਼ ਕਰ ਪਾਓਗੇ। ਮੈਂ ਇੱਕ ਹੀ ਵਰਡ ਦੀ ਗੱਲ ਕਰ ਰਿਹਾ, ਹਾਂਜੀ ਇੱਕ ਹੀ ਵਰਡ, ਰਾਈਟ। ਇਹ ਵਰਡ ਅਗਰ ਤੁਸੀਂ ਯਾਦ ਰੱਖੋਗੇ ਤੁਹਾਨੂੰ ਆਇਲਸ ਦੇ ਵਿੱਚ ਕੋਈ ਵੀ ਰਾਈਟਿੰਗ ਟਾਸਕ 1 ਆ ਜੇ, ਮਤਲਬ ਕੋਈ ਵੀ, ਇਟ ਮੀਨਸ ਭਾਵੇਂ ਤੁਹਾਨੂੰ ਬਾਰ ਚਾਰਟ ਪੁੱਛਿਆ ਜਾਂਦਾ ਹੈ, ਭਾਵੇਂ ਲਾਈਨ ਗ੍ਰਾਫ ਆਉਂਦਾ ਹੈ, ਭਾਵੇਂ ਟੇਬਲ ਆਉਂਦਾ ਹੈ, ਭਾਵੇਂ ਪਾਈ ਚਾਰਟ ਆ ਜਾਂਦਾ ਹੈ, ਜਾਂ ਇਟ ਇਜ਼ ਅ ਡਾਇਗਰਾਮ ਔਰ ਅ ਪ੍ਰੋਸੈਸ, ਜਾਂ ਮੈਪ ਆ, ਜਾਂ ਕੰਬੀਨੇਸ਼ਨ ਆਫ ਦੀ ਅਬਵ, ਐਂਡ ਸਭ ਨੂੰ ਮੈਂ ਯੂਜ਼ ਕਰਕੇ ਵੀ ਵਿਖਾਵਾਂਗਾ। ਸੋ ਐਨੀ ਡਾਇਗਰਾਮ ਯੂ ਨੀਡ ਟੂ ਲਰਨ ਓਨਲੀ ਵਨ ਵਰਡ ਐਂਡ to write down that only one word so that you can complete your overall and conclusion. So is it interesting? Are you excited? I think you are, ਕਿਉਂਕਿ ਇਹ ਵਰਡ ਨੂੰ ਤੁਸੀਂ ਡਾਇਰੈਕਟਲੀ ਯੂਜ਼ ਕਰ ਸਕਦੇ ਹੋ ਕਿਸੇ ਵੀ ਟਾਸਕ ਨੂੰ ਕੰਪਲੀਟ ਕਰਨ ਲਈ, ਠੀਕ ਹੈ। ਐਂਡ ਪ੍ਰੋਪਰ ਮੈਂ ਤੁਹਾਨੂੰ ਨੀਚੇ ਇਹਨੂੰ ਯੂਜ਼ ਕਰਕੇ ਵਿਖਾਵਾਂਗਾ ਸਾਰੇ ਟਾਸਕ ਵਿੱਚ, ਠੀਕ ਹੈ। ਐਂਡ okay, don't waste time, let's get into it and we will learn about this word. Guys, this word that you need to learn about writing task 1 and basically overall word ki hai, the word is varied. I'm repeating it, the word is varied. This seems to be very simple word, but ਇਸ ਵਰਡ ਨੂੰ ਯੂਜ਼ ਕਰਕੇ ਦਿਸ ਇਜ਼ ਮਾਈ ਗਾਰੰਟੀ ਕਿ ਕਿਸੇ ਵੀ ਸਟੂਡੈਂਟ ਦਾ ਆਇਲਸ ਦੇ ਵਿੱਚ ਰਾਈਟਿੰਗ ਟਾਸਕ 1 ਦੇ ਵਿੱਚ ਜਿਹੜਾ ਓਵਰਆਲ ਲਿਖਣ ਦਾ ਤਰੀਕਾ ਹੈ ਉਹ ਕੋਈ ਵੀ ਮਤਲਬ ਤੁਹਾਡਾ ਗਲਤ ਨਹੀਂ ਕਰ ਸਕਦਾ, ਕਿਉਂਕਿ ਦਿਸ ਇਜ਼ ਆਲ ਅਬਾਊਟ ਵੈਲਿਊਜ਼ ਐਂਡ ਵੈਲਿਊ ਵਰਡ ਜਿਹੜਾ ਆ ਪਰਸੈਂਟੇਜ ਦੀ ਫਾਰਮ 'ਚ ਹੋ ਸਕਦਾ ਹੈ, ਪ੍ਰਾਈਜ਼ ਦੀ ਫਾਰਮ 'ਚ ਹੋ ਸਕਦਾ ਹੈ, ਇਟ ਕੁਡ ਬੀ ਸਮਥਿੰਗ ਰਿਲੇਟਡ ਟੂ ਗ੍ਰਾਮਸ, ਰਾਈਟ। ਸੋ ਕੋਈ ਵੀ ਚੀਜ਼ ਹੋ ਸਕਦੀ ਹੈ ਔਰ ਡਾਇਗਰਾਮਸ ਦੇ ਵਿੱਚ ਵੀ ਮੋਸਟਲੀ ਚੀਜ਼ਾਂ ਜਿਹੜੀਆਂ ਨੇ ਦੋਜ਼ ਥਿੰਗਸ ਵੈਰੀ। ਸੋ ਆਪਾਂ ਥੋੜ੍ਹਾ ਜਿਹਾ ਅੱਗੇ ਜਾਂਦੇ ਹਾਂ ਐਂਡ ਇਸ ਵਰਡ ਨੂੰ ਐਨਾਲਾਈਜ਼ ਕਰਦੇ ਹਾਂ। ਬੇਸਿਕਲੀ ਮੈਂ ਤੁਹਾਨੂੰ ਬੋਲ ਰਿਹਾ ਕਿ ਦਿਸ ਇਜ਼ ਦੀ ਵਰਡ ਜਿਹਦੀ ਮੈਂ ਗੱਲ ਕਰ ਰਿਹਾ ਸੀ, ਦ ਵਰਡ ਇਜ਼ ਵੈਰੀਡ, ਠੀਕ ਹੈ। ਇਹਨੂੰ ਤੁਸੀਂ ਨੋਟ ਡਾਊਨ ਕਰ ਲਓ। ਨਾਓ ਵੀ ਵਿਲ ਟਰਾਈ ਟੂ ਐਨਾਲਾਈਜ਼। ਕਈ ਬੱਚੇ ਬੋਲਦੇ ਨੇ ਕਿ ਇਹਨੂੰ ਆਪਾਂ ਯੂਜ਼ ਕਿੱਦਾਂ ਕਰਨਾ ਹੈ, ਮੈਂ ਸਾਰੇ ਡਾਇਗਰਾਮਸ ਦੇ ਵਿੱਚ ਤੁਹਾਨੂੰ ਯੂਜ਼ ਕਰਕੇ ਦਿਖਾਉਣਾ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪਾਈ ਚਾਰਟ ਦੀ, ਰਾਈਟ। ਹੁਣ ਦੇਖੋ ਆ ਪਾਈ ਚਾਰਟ ਆ ਤੁਹਾਡੇ ਸਾਹਮਣੇ, ਰਾਈਟ। ਹੁਣ ਤੁਹਾਡੇ ਸਾਹਮਣੇ ਹੈ ਕਿ ਸਾਰੀਆਂ ਵੈਲਿਊਜ਼ ਵੈਰੀ ਕਰ ਰਹੀਆਂ। ਦੇਖੋ ਡੋਨੇਟਡ ਫੂਡ ਆ, ਜਾਂ ਇਹਦੇ ਵਿੱਚ ਪ੍ਰੋਗਰਾਮ ਸਰਵਿਸਿਜ਼ ਦੀ ਗੱਲ ਕੀਤੀ ਆ, ਰੈਵਨਿਊ ਸੋਰਸਿਸ ਦੀ ਗੱਲ ਕੀਤੀ ਆ, ਜਾਂ ਐਕਸਪੈਂਡੀਚਰ ਦੀ ਗੱਲ ਕੀਤੀ ਆ। ਮੈਨੂੰ ਡਾਇਗਰਾਮ ਨੂੰ ਦੇਖਣ ਦੀ ਲੋੜ ਨਹੀਂ ਹੈ, ਤੁਸੀਂ ਬਸ ਸਟੇਟਮੈਂਟ ਪੜ੍ਹਨੀ ਆ। ਸਟੇਟਮੈਂਟ ਕੀ ਲਿਖੀ ਆ? ਸਟੇਟਮੈਂਟ 'ਚ ਲਿਖਿਆ ਹੋਇਆ ਹੈ ਦੀ ਅਮਾਊਂਟ ਆਫ ਮਨੀ ਡਾਟਾ ਚਿਲਡਰਨਸ ਚੈਰਿਟੀ ਲੋਕੇਟਡ ਇਨ ਦੀ US ਸਪੈਂਟ ਐਂਡ ਰਿਸੀਵਡ ਇਨ 1 ਈਅਰ, ਕਿਹੜਾ ਈਅਰ? 2016। ਦੇਖੋ ਹੁਣ ਤੁਹਾਨੂੰ ਪਤਾ ਹੈ ਸਾਰੀਆਂ ਪਰਸੈਂਟੇਜਸ ਵੱਖਰੀਆਂ ਨੇ, ਭਾਵੇਂ ਥੋੜ੍ਹਾ ਡਿਫਰੈਂਸ ਆ, ਭਾਵੇਂ ਨਾਲ ਸੇਮ ਵੀ ਹੋਣਗੀਆਂ। ਫੋਰ ਐਗਜ਼ਾਮਪਲ ਇਹਦੇ ਵਿੱਚ ਕਈ ਚੀਜ਼ਾਂ ਸੇਮ ਵੀ ਹੈਗੀਆਂ ਨੇ। ਸੋ ਗੌਰਮੈਂਟ ਗ੍ਰਾਂਟਸ ਐਂਡ ਇਨਵੈਸਟਮੈਂਟ ਇਨਕਮ ਜਿਹੜੀਆਂ ਨੇ ਉਹ ਸੇਮ ਨੇ, ਦੇਖ ਰਹੀਆਂ ਮੈਨੂੰ। ਬਟ ਓਵਰਆਲ, ਕਿਉਂਕਿ ਓਵਰਆਲ ਦਾ ਮਤਲਬ ਕੀ ਹੁੰਦਾ ਹੈ? ਓਵਰਆਲ ਦਾ ਮਤਲਬ ਹੁੰਦਾ ਹੈ ਕਿ ਮੈਂ ਇੱਕ ਨਿਚੋੜ ਕੱਢਣਾ ਡਾਇਗਰਾਮ ਦਾ, ਰਾਈਟ। ਸੋ ਉਹਦੇ ਅਕੋਰਡਿੰਗ ਮੈਂ ਉਹ ਵਰਡ ਨੂੰ ਇੱਥੇ ਯੂਜ਼ ਕਰਾਂਗਾ। ਸੋ ਮੈਂ ਕੀ ਕਰਾਂਗਾ, ਫੋਰ ਐਗਜ਼ਾਮਪਲ ਮੋਸਟਲੀ ਸਟੂਡੈਂਟਸ ਜਿਹੜੇ ਨੇ ਇੱਦਾਂ ਹੀ ਲਿਖਦੇ ਨੇ ਕਿ ਓਵਰਆਲ ਓਵਰਆਲ ਜਿਹੜੀ ਅਮਾਊਂਟ ਆ, ਮੈਂ ਅੱਜ ਪੈਰਾਫਰੇਜ਼ ਨਹੀਂ ਕਰ ਰਿਹਾ, ਤੁਸੀਂ ਪੈਰਾਫਰੇਜ਼ ਖੁਦ ਕਰ ਲੈਣਾ, ਥੋੜ੍ਹਾ ਬਹੁਤ ਤੁਸੀਂ ਪੈਰਾਫਰੇਜ਼ ਕਰ ਸਕਦੇ ਹੋ। ਮੈਂ ਵਰਡ ਨੂੰ ਯੂਜ਼ ਕਰਨਾ ਤੁਹਾਨੂੰ ਸਿਖਾ ਰਿਹਾ। ਓਵਰਆਲ ਦੀ ਅਮਾਊਂਟ ਆਫ ਮਨੀ ਡਾਟਾ ਚਿਲਡਰਨਸ ਚੈਰਿਟੀ ਲੋਕੇਟਡ ਇਨ US ਸਪੈਂਟ ਐਂਡ ਰਿਸੀਵਡ ਇਨ 1 ਈਅਰ, 1 ਈਅਰ ਕਿਹੜਾ ਈਅਰ ਸੀ ਮੈਂ ਸਿੱਧਾ ਮੈਂਸ਼ਨ ਹੀ ਕਰ ਦਿੰਦਾ, ਇਨ 2000 ਕੀ ਬੋਲਾਂਗਾ, ਵੈਰੀਡ। ਦੈਟਸ ਇਟ,
this is like this is the way to write any answer by using this word varied. ਹੁਣ ਤੁਸੀਂ ਇਹਨੂੰ ਚੇਂਜ ਵੀ ਕਰ ਸਕਦੇ ਹੋ ਕਿ ਅਮਾਊਂਟ ਆਫ ਮਨੀ ਨੂੰ ਕੀ ਲਿਖਿਆ ਹੋਇਆ ਉੱਪਰ, ਰੈਵਨਿਊ ਸੋਰਸਸ ਐਂਡ ਐਕਸਪੈਂਡੀਚਰ, ਸੋ ਉਸ ਨੂੰ ਤੁਸੀਂ ਕਿੱਦਾਂ ਲੈ ਕੇ ਆਉਣਾ, ਦਿਸ ਇਜ਼ ਅਪ ਟੂ ਯੂ। ਦਿਸ ਇਜ਼ ਅਬਾਊਟ ਪਾਈ ਚਾਰਟ। ਓਕੇ, ਪਾਈ ਚਾਰਟ ਤੋਂ ਬਾਅਦ ਹੁਣ ਆਪਾਂ ਦੇਖਦੇ ਹਾਂ ਨੀਚੇ, ਦਿਸ ਇਜ਼ ਟੇਬਲ। ਟੇਬਲ ਦੇ ਵਿੱਚ ਵੀ ਦੇਖ ਲਓ ਹੁਣ ਸਾਰੀਆਂ ਵੈਲਿਊਜ਼ ਜਿਹੜੀਆਂ ਨੇ, ਆਈ ਟੋਲਡ ਯੂ ਦਿਸ ਇਜ਼ ਆਲ ਅਬਾਊਟ ਪਰਸੈਂਟੇਜ ਗੇਮ, ਠੀਕ ਹੈ, ਪਰਸੈਂਟੇਜ ਦੇ ਰੈਲੇਵੈਂਟ ਆ, ਇਹਦੇ ਵਿੱਚ ਵੀ ਮੈਂ ਯੂਜ਼ ਕਰ ਸਕਦਾ, ਕੁਝ ਨਹੀਂ ਕਰਨ ਦੀ ਲੋੜ ਆ। ਅਗੇਨ ਆਈ ਵੁੱਡ ਬੀ ਯੂਜ਼ਿੰਗ the same overall structure, ठीक है, and after comma we need to put it in small, right? So I'm taking care of the grammatical things as well. So overall the proportion of pupils attending 4 secondary schools types between 9 proportion ਜਿਹੜਾ ਫਿਰ vary ਕਰ ਰਿਹਾ, so the proportion of pupil attending 4 secondary school types between year ਦਾ ਨਾਮ ਲਿਖਿਆ ਹੋਇਆ ਹੈ, okay, so ਮੈਂ ਲਿਖ ਦਿੰਦਾ between varied, that's it। सो ये वर्ड में यूज़ किया एंड आई गॉट द स्ट्रक्चर, राइट। ओके, इनू भी हो गया। देखो हुण दिस इज़ इंटरस्टिंग कि ये आप प्रोसैस किदां यूज़ करांगे। अगेन आई टोल्ड यू डोंट नीड टू वेस्ट योर टाइम। बहुत सारे बच्चों को ओवरऑल लिखण च प्रॉब्लम आती है। इंट्रोडक्शन तो आप उत्तों वेख के लिख लेंगे कि जो स्टेटमेंट दी हुई है वो टाइटल में मैं चेंज कर देना एंड यू वुड बी राइटिंग द इंट्रोडक्शन, बस ये ही प्रॉब्लम आती है एंड आई वुड गारंटी कि आराम नाल यूज़ कर सकते तुसीं। हुण लिखा द प्रोसैस डैट इज़ यूज टू मैन्युफैक्चर ब्रिक्स फॉर द बिल्डिंग इंडस्ट्री। ओके, अगेन सी सारे प्रोसैस की ने वक्रे वक्रे ने, इट मीनस एवरी प्रोसैस इज़ वेरिंग, राइट। सो मैं लिख सकता है ओवरऑल, जे सपोज मैं तो ओवरऑल लिख रहे हैं, कई बच्चे एंड ते लिखते हैं कंक्लूजन की फॉर्म च। इट्स अप टू यू गाइज, अगेन आई एम सेइंग इट्स अप टू यू कितना यूज़ करना है इस वर्ड नो, राइट। सो देयर इज़ नो लिमिट ऑफ यूजिंग दिस वर्ड। ओवरऑल सी स्टेटमेंट तो ही मैं तुहानूं दिखा रहा है, बस मैं वर्ड यूज़ करना। ओवरऑल द प्रोसैस डैट इज़ यूज टू मैन्युफैक्चर ब्रिक्स फॉर द बिल्डिंग इंडस्ट्री varied in each stage। See guys, again I use the word varied, see this is the word varied, again I use this and very smartly, right। Okay, now this is bar graph। Again see bar graph, again we don't need to see the bar graph, examiner is not going to see this thing, he might be having the idea कि तुसी analyze करके लिखे होना overall। So again मैं इंट्रोडक्शन की जी उपर लिखी होंगी है स्टेटमेंट, ये तो इंट्रोडक्शन तुहानूं दित्ती होनी है, मैं मॉडल जो दस रहा इट इज़ अबाउट द बार ग्राफ, राइट। सो ओवरऑल द कंपोनेंट्स ऑफ GDP इन UK फ्रॉम 1992 to 2000। ओके, कंपोनेंट ऑफ GDP, ओके, मतलब इट मीनस परसेंटेज। ओके, सो मैं कंपोनेंट को परसेंटेज भी कर सकता है, ओके, ठीक है, परसेंटेज लिख रहा मैं, राइट। परसेंटेज ऑफ GDP इन UK फ्रॉम 19 is varied। okay, right, done। so see guys कुछ नहीं करना पिया, is varied, नॉर्मल लिखता मैं। अगेन देखो लाइन ग्राफ, कंपैरिजन ऑफ कार थेफ्ट, ये भी की कर रहे हैं नॉर्मल, दूर पता लग गया, थेफ्ट पर 1000 व्हीकल्स इन 4 कंट्रीज। ओके, नंबर ऑफ थेफ्ट्स, अगेन कुछ भी सेम नहीं होंगे, परसेंटेज या भावें कुछ भी आप लिख सकते सी। जे मैंने कुछ भी नहीं समझ आ रहा, ठीक है, यू कैन राइट इट डाउन, थेफ्ट्स पर 1000 व्हीकल इन 4 कंट्रीज वेरीड। हुण मैं इत्थे नहीं यूज़ करना चाहता, आई वॉन्ट कि इनू मैं ना पहला लावां वेरीड, वेरीड ऑलरेडी ओके, वेरीड बिटवीन 1990 एंड 1999। सी किते भी तुसीं यूज़ कर सकते हो, ईयर तो पहला करोगे तो इट वुड बी वेरी स्मार्टली डन, राइट। हुण देखो दिस इज़ दी काइंड ऑफ अ ग्राफ जिहदे विच ओह इकट्ठा आ गया है, मतलब तुहानूं सोचण दी लोड़ पऊगी कि मैं इकट्ठा किद्दां यूज़ करना है। अगेन ऊपर लिखा है मेल्स एंड फीमेल्स, नीचे लिखा है रीजन फॉर मोस्ट रीसेंट अरेस्ट। अगेन मैं वही चीज़ करनी है, बी स्मार्ट। ओवरऑल कुछ भी नहीं समझ आ रहा, जोड़ा बच्चा एकदम जिन्होंने एनालाइज ही नहीं करना आ रहा, क्योंकि नीचे तो आप BP1 BP2 परसेंटेज लिखनी है। ओवरऑल द परसेंटेज ऑफ पर्सन अरेस्टेड इन 5 years एंडिंग 1994 एंड द मोस्ट रीसेंट रीजन फॉर अरेस्ट की होया सब दा, द परसेंटेज ऑफ पर्सन arrested in 5 years ending 1994 and the most recent reason for arrest। मैं सीधा बोलूँगा varied means वक्रे वक्रे नहीं। ओके, राइट, नाउ दिस इज द प्रोसेस, इट इज इंटरेस्टिंग। अगेन कि आप कितना शो करांगे, ओके, हाउ चॉकलेट इज प्रोड्यूस्ड। सो ओवरऑल अगेन द वर्ड ओवरऑल
right? Overall, the stages, क्योंकि stages vary कर रही हैं ना, stages of by which chocolate is produced are varied, right? So again see, मैं कर लिया, मैप आ गया जी. This is an again interesting thing. Yeah, development of the village Raymouth between 1995 and present. It means मैप की गल हो रही है. Okay, again जिन्हों कुछ नहीं समझ आ रहा guys, again overall the village of the map of village Raymouth between 1995 and की हो रहा है is varied, ਵੱਖਰਾ ਵੱਖਰਾ है. See guys, again मैं word use कर लिया, कर सकते हैं ਆਪਾਂ आराम ਨਾਲ, right? See ਇੱਥੇ ਵੀ varied word use ਹੋਇਆ ਹੈ, ਤੁਹਾਡੇ ਸਾਹਮਣੇ use ਕਰਕੇ ਵਿਖਾਇਆ ਹੈ, right? ਇੱਥੇ ਵੀ ਆਪਾਂ varied word use ਕੀਤਾ ਹੈ, ठीक है? See again is ला देने हैं, like grammatically it should be correct. Overall thefts per 1000 vehicle in 4 countries varied, ठीक है? Okay. Overall the percentage of GDP in UK from 1990 is varied, ठीक है? Right. Again मैं use कर लिया, इत्थे भी देखो overall the process that is used to manufacture bricks for the building industry varied in each stage, ठीक है? Varied word हो गया use. Overall the proportion of people attending 4 secondary school types between, मैं इत्थे ला देना है, I think it would be more correct, right? Varied between इत्थों नहीं लाते आप, it would be more correct. ईयर तो पहला मैं अगे भी बोल चुके हैं, ईयर तो पहला ला दो. Overall the amount of money that children charity located in US spent and received in 2016 is varied. It is कर देने, right? Yeah. Okay, that's it. See guys, I think you have learned something. This is writing task 1 and आराम ना हो रहा है overall. ਭਾਵੇਂ ਤੁਸੀਂ ਸਟਾਰਟਿੰਗ ਇੰਟਰੋਡਕਸ਼ਨ ਤੋਂ ਬਾਅਦ ਲਿਖ ਰਹੇ ਹੋ, ਭਾਵੇਂ ਓਵਰਆਲ ਚ ਲਿਖ ਰਹੇ ਹੋ, ਕੋਈ ਤੁਹਾਡਾ ਗਲਤ ਨਹੀਂ ਕਰੇਗਾ ਐਂਡ ਯੂ ਵਿਲ ਬੀ ਗੈਟਿੰਗ ਯੂਰ ਬੈਂਡਸ. ਇੰਟਰੋਡਕਸ਼ਨ ਲਿਖਣਾ ਇਜ਼ ਵੈਰੀ ਈਜ਼ੀ. ਓਵਰਆਲ ਸਾਰੇ ਬੱਚੇ ਬੋਲਦੇ ਸਰ ਓਵਰਆਲ ਚ ਪ੍ਰੋਬਲਮ ਆ. ਓਵਰਆਲ ਵਾਸਤੇ ਆਈ ਹੈਵ ਗਿਵਨ ਯੂ ਓਨਲੀ ਵਨ ਵਰਡ. Okay, are you excited? I think you have accomplished something, you people have learned something, right? So yeah, so this is my channel Inder IELTS. I think you have to subscribe this, and I will be putting so much stuff, like this is something which is very interesting. ज़्यादा मेहनत करने की लोड़ नहीं है. You need to learn few tricks, you need to be smart, right? Whenever you are doing IELTS. That's it, that's all from my side. Thank you guys, bye.